ਗੁਰੂ ਨਾਨਕ ਸਾਹਿਬ ਮਹਾਰਾਜ ਲੋਕਾਈ ਨੂੰ ਤਾਰਨ ਦੇ ਲਈ ਉਦਾਸੀਆਂ ਕਰ ਰਹੇ ਸਨ ਤੇ ਇੱਕ ਵਾਰ ਲਾਹੌਰ ਗਏ ਨੇ। ਉੱਥੇ ਇੱਕ ਬੜਾ ਅਮੀਰ ਵਪਾਰੀ ਸੀ, ਨਾਮ ਉਹਦਾ ਦੁਨੀ ਚੰਦ ਹੈ। ਪਿਤਾ ਦੀ ਬਰਸੀ ਤੇ ਸਰਾਧ ਕਰ ਰਿਹਾ ਸੀ। ਉਸ ਸੇਠ ਨੇ ਗੁਰੂ ਸਾਹਿਬ ਨੂੰ ਵੀ ਬੇਨਤੀ ਕੀਤੀ, ਮਹਾਰਾਜ ਤੁਸੀਂ ਮੇਰੇ ਗ੍ਰਹਿ ਵਿਖੇ ਚਰਨ ਪਾਓ, ਗ੍ਰਹਿ ਨੂੰ ਪਵਿੱਤਰ ਕਰੋ। ਬੜੇ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਗਿਆ। ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਜੀ ਤੁਸੀਂ ਵੀ ਛਕੋ। ਤੇ ਮਹਾਰਾਜ ਆਖਣ ਲੱਗੇ, ਦੁਨੀ ਚੰਦ ਇਹ ਕਿਸ ਲਈ ਸਰਾਧ ਕਰਵਾ ਰਿਹਾ ਹੈ, ਦਾਨ ਪੁੰਨ ਕਰ ਰਿਹਾ ਹੈ? ਕਹਿੰਦਾ, ਮਹਾਰਾਜ ਪਿਤਾ ਦੇ ਨਿਮਿਤ, ਪਿਤਾ ਦੇ ਭਲੇ ਹਿੱਤ ਬ੍ਰਾਹਮਣਾਂ ਨੂੰ ਭੋਜਨ ਛਕਾ ਰਿਹਾ ਹਾਂ। ਦੇਖੋ, ਲੰਗਰ ਲਾਉਣਾ, ਦੀਨ ਤੇ ਦਇਆ ਕਰਨੀ, ਕਿਸੇ ਦੇ ਤਨ ਦੀ ਭੁੱਖ ਮਿਟਾ ਦੇਣੀ ਜਾਂ ਤਨ ਦਾ ਨੰਗੇਜ਼ ਕੱਜ ਦੇਣਾ, ਬਸਤਰ ਦੇ ਦੇਣੇ, ਇਹ ਕੋਈ ਪਖੰਡ ਨਹੀਂ ਹੈ। ਬਾਣੀ ਦਾ ਫਰਮਾਨ ਹੈ, ਸਾਲਾਹਾ ਸਾਚੇ ਮਨ ਸਤਿਗੁਰ, ਪੁੰਨ ਦਾਨ ਦਇਆ ਮਤੇ। ਜਿਹੜਾ ਬੰਦਾ ਗੁਰੂ ਨੂੰ ਜੀਵਨ ਦਾਤਾ ਮੰਨ ਕੇ ਉਹਦੇ ਹੁਕਮ ਵਿੱਚ ਚੱਲਦਾ ਹੈ, ਉਹ ਹਰ ਇੱਕ ਤੇ ਦਇਆ ਕਰਦਾ ਹੈ, ਦਾਨ ਪੁੰਨ ਕਰਦਾ ਹੈ। ਹੁਣ ਮੁਸ਼ਕਲ ਇਹ ਹੈ ਵੀ ਜਦੋਂ ਤੇ ਬਾਪ ਦੁਨੀਆ ਵਿੱਚ ਹੁੰਦਾ ਉਦੋਂ ਅਸੀਂ ਰੋਟੀ ਬੋਟੀ ਪੁੱਛਦੇ ਨਹੀਂ, ਸੇਵਾ ਕਰਦੇ ਨਹੀਂ। ਜਦੋਂ ਸਾਥ ਛੱਡ ਜਾਵੇ ਤੇ ਪਿੱਛੋਂ ਲੋਕਾਂ ਨੂੰ ਵਿਖਾਉਣ ਲਈ ਫਿਰ ਸਰਾਧ ਕਰਾਉਂਦੇ ਫਿਰਦੇ ਆ, ਬੱਲੇ ਬੱਲੇ ਦੇ ਲਈ। ਅਸਲ ਇੱਥੇ ਆ ਕੇ ਪਖੰਡ ਬਣ ਜਾਂਦਾ ਹੈ, ਵਿਖਾਵੇ ਮਾਤਰ ਕੀਤਾ ਕਰਮ। ਦੇਖੋ, ਜਿਵੇਂ ਮਾਤਾ ਪਿਤਾ ਨੇ ਤੁਹਾਨੂੰ ਬਚਪਨ ਵਿੱਚ ਪਾਲਿਆ ਸੀ, ਜਦੋਂ ਉਹਨਾਂ ਤੇ ਬਜ਼ੁਰਗੀ ਆ ਗਈ, ਜ਼ਰਾ ਰੋਗ ਆ ਗਿਆ, ਤੇ ਮਹਾਰਾਜ ਕਹਿੰਦੇ ਨੇ ਹੁਣ ਤੇਰੀ ਡਿਊਟੀ ਹੈ ਉਹਨਾਂ ਦੀ ਦੇਖਭਾਲ ਕਰਨ ਦੀ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਇਹ ਤੇਰੇ ਘਰ ਵਿੱਚ ਜੋ ਬੱਚੇ ਨੇ ਸਾਖ ਸੈਨ ਨੇ, ਹੇ ਬਜ਼ੁਰਗੋ, ਇਸ ਲਈ ਪਰਮਾਤਮਾ ਨੇ ਦਿੱਤੇ ਨੇ। ਜਦੋਂ ਤੁਸੀਂ ਬਿਰਧ ਹੋ ਗਏ, ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣ ਜੋਗੇ ਨਾ ਰਹੇ, ਤੇ ਤੁਹਾਡਾ ਫਰਜ਼ੰਦ ਤੁਹਾਡੇ ਮੂੰਹ ਵਿੱਚ ਬੁਰਕੀ ਪਾਵੇਗਾ। ਜੇ ਬਾਣੀ ਦੀਆਂ ਇਹਨਾਂ ਤੁਕਾਂ ਨੂੰ ਜੀਵਨ ਵਿੱਚ ਢਾਲ ਲਈਏ ਤੇ ਮੈਨੂੰ ਲੱਗਦਾ ਹੈ ਦੁਨੀਆ ਵਿੱਚ ਕੋਈ ਬਿਰਧ ਆਸ਼ਰਮ ਨਹੀਂ ਰਹੇਗਾ। ਇਹ ਸਾਡੀ ਅਕ੍ਰਿਤ ਘਣਤਾ ਚੋਂ ਹੀ ਬਿਰਧ ਆਸ਼ਰਮ ਪੈਦਾ ਹੋਏ ਨੇ। ਬਚਪਨ ਵਿੱਚ ਨਾ ਅਸੀਂ ਖਾਣ ਜੋਗੇ, ਨਾ ਅਸੀਂ ਪਾਉਣ ਹੰਡਾਉਣ ਜੋਗੇ, ਨਾ ਕਮਾਉਣ ਜੋਗੇ, ਮਾਪਿਆਂ ਨੇ ਪਾਲਿਆ ਹੈ। ਜਦੋਂ ਮਾਪੇ ਬਿਰਧ ਹੋ ਗਏ, ਉਹਨਾਂ ਦੇ ਸਰੀਰ ਵਿੱਚ ਸੱਤਾ ਨਾ ਰਹੀ ਤੇ ਅਸੀਂ ਘਰੋਂ ਕੱਢ ਦਿੰਦੇ ਹਾਂ ਵੀ ਆਸ਼ਰਮ ਚਲਿਆ ਜਾ। ਮਹਾਰਾਜ ਕਹਿੰਦੇ, ਭੁੱਲ ਗਿਆ ਹੈ, ਕਦੇ ਤੇਰੇ ਹੱਡਾਂ ਵਿੱਚ ਸੱਤਾ ਨਹੀਂ ਸੀ। ਤੂੰ ਕਮਾ ਸਕਦਾ, ਤੂੰ ਪਾ ਸਕਦਾ, ਤੂੰ ਹੰਢਾ ਸਕਦਾ, ਤੂੰ ਖਾ ਸਕਦਾ। ਬਜ਼ੁਰਗਾਂ ਪਾਲਿਆ ਸੀ ਤੈਨੂੰ। ਅੱਜ ਸਮੇਂ ਦੀ ਚਾਲ ਫਿਰ ਗਈ। ਅੱਜ ਇਹਨਾਂ ਦੇ ਹੱਡ ਮਜ਼ਬੂਤ ਨਹੀਂ ਰਹੇ, ਬਾਪ ਕਮਾਉਣ ਜੋਗਾ ਨਹੀਂ ਰਿਹਾ ਤੇ ਘਰੋਂ ਕੱਢ ਆਇਆ ਹੈ। ਇਹਨੂੰ ਹੀ ਅਕ੍ਰਿਤ ਘਣਤਾ ਕਿਹਾ ਜਾਂਦਾ ਹੈ। ਔਰ ਅਕ੍ਰਿਤ ਘਣ ਨਾਲੋਂ ਮੰਦਾ ਕੋਈ ਵੀ ਦੁਨੀਆ ਤੇ ਦੂਸਰਾ ਨਹੀਂ ਹੈ। ਮਹਾਰਾਜ ਪਾਤਸ਼ਾਹ ਦੁਨੀ ਚੰਦ ਨੂੰ ਆਖਣ ਲੱਗੇ, ਦੁਨੀ ਚੰਦ ਜਿਉਂਦਿਆਂ ਜੀ ਤੇ ਸੇਵਾ ਹੋਈ ਨਾ, ਤੇ ਹੁਣ ਸਰਾਧ ਕਰਵਾਉਂਦੇ ਹੋ। ਚੱਲ ਖੈਰ, ਇਹ ਦੱਸ ਵੀ ਤੈਨੂੰ ਕੀ ਲੱਗਦਾ ਹੈ, ਇਹ ਜਿਹੜਾ ਭੋਜਨ ਇੱਥੇ ਲੋਕਾਂ ਛਕਿਆ ਹੈ, ਇਹਦੇ ਨਾਲ ਤੇਰੇ ਬਾਪ ਨੂੰ ਰੱਜ ਆ ਗਿਆ ਹੋਵੇਗਾ, ਤੇਰੇ ਪਿਤਾ ਤਾਈਂ ਭੋਜਨ ਪਹੁੰਚਿਆ ਹੋਵੇਗਾ। ਮਹਾਰਾਜ, ਮੈਨੂੰ ਕੀ ਪਤਾ ਹੈ ਇਹ ਭੋਜਨ ਉੱਥੋਂ ਤਾਈਂ ਪਹੁੰਚਿਆ ਹੈ ਕਿ ਨਹੀਂ, ਇਹ ਤੇ ਤੁਸੀਂ ਦੱਸ ਸਕਦੇ ਹੋ, ਜਾਣੀ ਜਾਣ ਹੋ। ਕਦੇ ਨਾਨਕ ਪ੍ਰਕਾਸ਼ ਪੜ੍ਹਿਓ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਹੇਤ ਬਤਾਵਨ ਬੈਨ ਅਲਾਏ ਤਨ ਪਿਤ ਬ੍ਰਿਕ।
देही के पाए। महाराज आखण लगे तेरा पिता दुनी चंद बघियाड़ दी जून विच पिया है ते 3 दिनां तो भुखा फिरदा है। ते छेती दे नाल दुनी चंद ने अचरज हो के पुछया भी महाराज किथे है। ते गुरु साहब आखण लगे इथों 4-5 कोह दी दूरी ते जा, झाड़ियां दे ओले बैठा है, कुछ खाण लई लै जा ते डर ना जाई। तैनू देख के पिछले जन्म दी उसनू सोझी आ जावेगी। याद रखियो ये सब जूना विच आपां ही फिरदे हैं। कई खंडन करन लग पैंदे ने 84 ਲੱਖ जून नहीं हुंदी। अखे ते ये बंदे दी जैसी अवस्था है वैसा बाणी ने चित्र दिता है। जो लोभी है अखे उन्होंने सप कह दिता। लोभी बंदा हरेक नूं डंगदा है। इदां दी आप मुहारी जी व्याख्या कई करन लग पैंदे ने। बाणी ने साफ लिखिया है पश पंखी भूत अर प्रेता बहुबिद जोनी फिरत अनेता। महाराज कहते लोको तुसी ही कर्मगत अनुसार कदे पशु बनते हो, कदे पंछी बनते हो, कदे प्रेत बन जाते हो, भूत बन जाते हो। बड़ियां जूना ने। जैसा कर्म है वैसा लिबास तुहानू मिल जाएगा। सो इंग्लिश के टीकाकारां भी ये मोहर लाई है बीस्ट बोर्स डायमंड्स एंड गोस्ट, भूत प्रेत पशु पंछी। इन दीज मैनी वेज द फॉल्स वॉन्डर इन रीइनकारनेशन। बंदा गलत कर्म करके दौड़िया फिरदा है इन्हां जूना दे विच। दुनी चंद खाना लैके महाराज वालों दसी जगह ते गया। बघियाड़ दे कोल जांदा है ते दुनी चंद वल देखदियां ही बघियाड़ दी देही ढह ढेरी हो गई ते विचों जोत प्रगट हुंदी है। और जो सूक्ष्म शरीर प्रगट होया अखां दा विशा बन गया, इनविजिबल तो विजिबल होया। ते दुनी चंद ने अपने बाप नूं सवाल कीता है उस दिव्या जोत नूं भी पिता जी तुसीं बड़े धर्मात्मा सी, फिर ये जून किवें मिल गई। दुनी चंद दा बाप आखण लगा जदों मृत्यु नेड़े आई ना, जदों मौत दा डंका सिर ते वजिया, मेरा अंत समा आया ते मेरे पास ही एक मनुख मच्छी रिन रहा सी। मन ललचा गया, इच्छा पैदा हो गई पर खा ना सकिया। ध्यान मच्छी विच सी ते साह निकल गए। ते बघियाड़ मच्छी बड़ी खुश होके खांदा है, मैनू जूनी बघियाड़ दी मिल गई। नानक प्रकाश दे बोल ने भयो मृतक एह देही पाई, रही वासना ठहर जहाई। हुण मेरी वासना अंत समय टिकी रह गई मच्छी विच, ते जिथे वासना टिके उथे जन्म मिलदा है। ये बाणी कहती है तिसना अगन जलै संसारा, लोभ अभिमान बहुत अहंकारा। मर मर जन्मै पत गवाए अपनी, बिरथा जन्म गवावणिया। महाराज कहते ने जिस पदार्थ की तृष्णा रह जावे, जिस पदार्थ का तैनू मोह होवे, अखीर तैनू उथे ही जून मिल जाती है। ये परमात्मा डिसाइड करेगा भी मिलनी किहड़ी है, बनाउणा की है। तैनू कीट बनाउणा है जां पतंग बनाउणा है जां मनुख बनाउणा है। इउं वार वार बंदा वासना की पूर्ति लई उस वस्तु पास जमेगा, कर्म भोगेगा, मर जाएगा। इउं उहदी इज्जतो आबरू नहीं रहिंदी। बाणी चाहुंदा है ना अंत काल जो मंदिर सिमरै, ऐसी चिंता महजे मरै। प्रेत जोन वल वल
ਅਵਤਰੈ। ਬੰਦੇ ਨੂੰ ਬੜਾ ਲੱਭ ਹੁੰਦਾ ਹੈ, ਮੇਰਾ ਘਰ ਸਭ ਤੋਂ ਸੁੰਦਰ ਚਾਹੀਦਾ ਹੈ, ਮੇਰੇ ਵਰਗਾ ਕਿਸੇ ਦਾ ਮਹਿਲ ਨਹੀਂ ਚਾਹੀਦਾ। ਸੋਚਦਿਆਂ ਸੋਚਦਿਆਂ ਜੀਵਨ ਬਤੀਤ ਹੋ ਜਾਂਦਾ ਹੈ। ਧਿਆਨ ਮਹੱਲਾਂ ਵਿੱਚ ਟਿਕਿਆ ਰਹਿ ਗਿਆ। ਕਹਿੰਦੇ ਮਰ ਗਿਆ, ਇੱਥੇ ਹੀ ਪ੍ਰੇਤ ਬਣ ਕੇ ਚੁੰਬੜ ਜਾਵੇਂਗਾ, ਘਰ ਵਿੱਚ ਹੀ ਰਹਿ ਜਾਵੇਂਗਾ। ਯੂ ਸ਼ੈਲ ਬੀ ਰੀਇਨਕਾਰਨੇਟਿਡ ਓਵਰ ਐਂਡ ਓਵਰ ਅਗੇਨ ਐਜ਼ ਏ ਗੋਬਲਿਨ। ਬੜੇ ਬੜੇ ਪ੍ਰੋਫੈਸਰ ਇੰਗਲਿਸ਼ ਦੇ ਵੀ ਇਹੀ ਅਰਥ ਕਰਦੇ ਨੇ, ਭਾਈ ਜੀ ਭੂਤ ਬਣ ਕੇ ਉਹਨਾਂ ਘਰਾਂ ਵਿੱਚ ਹੀ ਰਹਿ ਜਾਓਗੇ। ਹੁਣ ਜੇ ਕੋਈ ਬੰਦਾ ਆਖੇ ਵੀ ਇਹ ਮੁਕਤ ਕਿਉਂ ਨਹੀਂ ਹੋਇਆ, ਅਸਲ ਦੇ ਵਿੱਚ ਇਹਨੇ ਅਕਾਲ ਪੁਰਖ ਨੂੰ ਸਿਮਰਿਆ ਹੀ ਨਹੀਂ ਹੈ, ਸੰਸਾਰ ਨੂੰ ਸਿਮਰਿਆ, ਸੰਸਾਰ ਤੇ ਰਹਿ ਗਿਆ। ਨਿਰੰਕਾਰ ਨੂੰ ਸਿਮਰਦਾ ਤੇ ਫਿਰ ਹੀ ਨਿਰੰਕਾਰ ਕੋਲ ਜਾਂਦਾ ਨਾ, ਮੁਕਤੀ ਪਾਉਂਦਾ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸੈ। ਤਰਲੋਚਨ ਭਗਤ ਜੀ ਕਹਿੰਦੇ ਉਹੀ ਮੁਕਤ ਹੋਇਆ, ਉਹੀ ਨਿਰੰਕਾਰ ਤਾਈਂ ਗਿਆ ਜਿਹਨੇ ਨਿਰੰਕਾਰ ਨੂੰ ਧਿਆਇਆ। ਜਿਹਨੇ ਸੰਸਾਰ ਨੂੰ ਧਿਆਇਆ ਉਹ ਦੁਨੀ ਚੰਦ ਦੇ ਬਾਪ ਵਾਂਗ ਸੰਸਾਰ ਤੇ ਹੀ ਜੂਨ ਭੋਗੇਗਾ। ਹੁਣ ਮੈਨੂੰ ਦੇਖਦਿਆਂ ਦੁਨੀ ਚੰਦ ਕਹਿੰਦਾ, ਪਿਤਾ ਜੀ ਤੁਹਾਡਾ ਸਰੀਰ ਕਿਵੇਂ ਛੁੱਟ ਗਿਆ? ਕਹਿੰਦਾ ਤੇਰੇ ਘਰ ਪ੍ਰਭੂ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਪ ਆਏ ਨੇ, ਤੂੰ ਦਰਸ਼ਨ ਕੀਤੇ ਤੇ ਤੇਰੇ ਦਿਦਾਰੇ ਮੈਂ ਕਰ ਲਏ। ਗੁਰੂ ਨਾਨਕ ਦੇ ਦਰਸ਼ਨਾਂ ਦਾ ਫਲ ਹੈ ਮੇਰੀ ਬੰਦ ਖਲਾਸੀ ਹੋ ਗਈ, ਮੇਰੇ ਬੰਧਨ ਛੁੱਟ ਗਏ, ਮੇਰਾ ਜਨਮ ਕੱਟਿਆ ਗਿਆ। ਇਹਨਾਂ ਕਹਿ ਕੇ ਤੇ ਦੁਨੀ ਚੰਦ ਦੇ ਬਾਪ ਦੀ ਜੋਤ ਉਹ ਸੂਖਸ਼ਮ ਸਰੀਰ ਅਲੋਪ ਹੋ ਗਿਆ। ਦੁਨੀ ਚੰਦ ਘਰ ਮੁੜਿਆ, ਬੜੀ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਨਾਨਕ ਪ੍ਰਕਾਸ਼ ਦੇ ਬੋਲ ਨੇ, ਨਾਗਰ ਈਸ਼ਰ ਰੂਪ ਉਜਾਗਰ, ਤੁਮ ਸਮਰੱਥ ਸਰਬ ਸੁਖ ਸਾਗਰ, ਭਗਤ ਵਸ਼ਲ ਕਰੁਣਾਕਰ ਸੁਆਮੀ, ਦੀਨ ਬੰਦ ਪ੍ਰਭ ਅੰਤਰ ਜਾਮੀ। ਹੇ ਗੁਰੂ ਨਾਨਕ ਤੁਸੀਂ ਭਗਤ ਵਸ਼ਲ ਹੋ, ਤੁਸੀਂ ਸਮਰੱਥ ਹੋ, ਤੁਸੀਂ ਦੀਨਾਂ ਦੇ ਬੰਧੂ ਹੋ, ਦੀਨਾਂ ਤੇ ਦਇਆ ਕਰਨ ਵਾਲੇ ਹੋ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਹੋ, ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਹੋ, ਰੋਗੀਆਂ ਦੇ ਰੋਗ ਮਿਟਾਉਣ ਵਾਲੇ ਹੋ, ਤੁਸੀਂ ਮੁਕਤੀ ਦੇ ਦਾਤੇ ਹੋ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ। ਗੁਰੂ ਨਾਨਕ ਦੇ ਚਰਨ ਪਰਸਣ ਵਾਲਾ ਪਸ਼ੂ ਵੀ ਮੁਕਤ ਹੈ, ਪ੍ਰੇਤ ਵੀ ਮੁਕਤ ਹੈ, ਦੇਵਤਿਆਂ ਵਰਗਾ ਮਹਾਨ ਮਰਾਤਬਾ ਉਸਨੂੰ ਹਾਸਲ ਹੋ ਜਾਂਦਾ ਹੈ। ਜਿਵੇਂ ਦੁਨੀ ਚੰਦ ਦਾ ਬਾਪ ਮੁਕਤ ਹੋ ਗਿਆ। ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਇਹ ਮੋਹਰ ਲਾਉਂਦੇ ਨੇ। ਫਾਰਸੀ ਦੇ ਬੋਲ ਨੇ, ਆਖਣ ਲੱਗੇ ਖਿਤਾਬੇ ਹਕਸ਼ ਮੁਰਸ਼ਿਦੁਲ ਆਲਮੀਨ, ਵਾਜ਼ਾਤ ਬਰਹਕਸ਼ ਰਹਿਮਤੁਲ ਮੁਜ਼ਨਬੀਨ। ਐ ਗੁਰੂ ਨਾਨਕ ਸਾਹਿਬ, ਪਰਮਾਤਮਾ ਦੇ ਦਰ ਤੋਂ ਤੁਸੀਂ ਦੁਨੀਆ ਦੇ ਉੱਪਰ ਆਉਣਾ ਕੀਤਾ, ਅਕਾਲ ਪੁਰਖ ਦਾ ਤੁਸੀਂ ਸਰੂਪ ਹੋ, ਔਰ ਅਕਾਲ ਪੁਰਖ ਦੇ ਹੁਕਮ ਵਿੱਚ ਤੁਸੀਂ ਦੋਹਾਂ ਲੋਕਾਂ ਦੇ ਮੁਰਸ਼ਦ ਹੋ। ਇਸ ਮਾਤ ਲੋਕ ਦੇ ਸਤਿਗੁਰੂ ਹੋ ਤੇ ਪਰਲੋਕ ਵਿੱਚ ਤੁਸੀਂ ਨਿਰਗੁਣ ਸਰੂਪ ਹੋ, ਅਕਾਲ ਪੁਰਖ ਹੋ। ਬਾਣੀ ਵੀ ਕਹਿੰਦੀ ਹੈ ਨਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੁਹਾਡਾ ਜਿਹੜਾ ਸੁਭਾਅ ਹੈ ਨਾ, ਰਹਿਮਤੁਲ, ਬੜਾ ਕਿਰਪਾਲੂ ਹੈ। ਮੁਜ਼ਨਬੀਨ, ਕਿੰਨਾ ਤੇ ਕਿਰਪਾ ਕਰਦੇ ਹੋ? ਗੁਨਾਹਗਾਰਾਂ ਤੇ। ਤੁਹਾਡੀ ਕਿਰਪਾ ਹੋ ਜਾਵੇ, ਬੰਦਾ ਮੁਕਤੀ ਹਾਸਲ ਕਰਦਾ ਹੈ। ਪਸ਼ੂ ਪੰਛੀ ਵੀ ਮੁਕਤ ਹੋ ਜਾਂਦੇ ਨੇ। ਤਾਂ ਹੀ ਤੇ ਬਾਣੀ ਨੇ ਕਿਹਾ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ,
ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਲਯੁਗ ਦੇ ਵਿੱਚ ਗੁਰੂ ਨਾਨਕ ਮੁਕਤੀ ਦਾਤੇ ਨੇ, ਰੱਖਣ ਵਾਲੇ ਨੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ, ਫਿਰ ਗਰਵਾਸ ਨਾ ਪਰਿਆਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਜਾਣੇ, ਉਹਨਾਂ ਦੇ ਬਚਨ ਕੰਨਾਂ ਨਾਲ ਸੁਣ ਲੈਣੇ, ਉਹਨਾਂ ਦੇ ਬਚਨ ਜ਼ੁਬਾਨ ਨਾਲ ਗਾ ਲੈਣੇ। ਹਰ ਪ੍ਰਕਾਰ ਦੇ ਨਾਲ ਹੀ ਮੁਕਤੀ ਹਾਸਲ ਹੋ ਜਾਵੇਗੀ। ਗੁਰੂ ਨਾਨਕ ਮੁਕਤੀ ਦੇ ਦਾਤੇ ਨੇ। ਯੂ ਵਿਲ ਬੀ ਲਿਬਰੇਟਿਡ। ਗੁਰੂ ਨਾਨਕ ਦੇ ਗੀਤ ਗਾ, ਰੋਗਾਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਤੂੰ ਨਜ਼ਾਤ ਹਾਸਲ ਕਰ ਲਵੇਂਗਾ।